ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਜੀ ਦੇ ਬਾਣੀ ਦੇ ਸੰਦੇਸ਼ ਵਿੱਚ ਅੱਜ 15ਵੇਂ ਬੰਦ ਵਿੱਚ ਗੁਰੂ ਸਾਹਿਬ ਸਾਨੂੰ ਸਮਰਪਣ ਭਾਵ ਸ਼ੁਕਰੀਆ ਭਾਵ ਵਿੱਚ ਦ੍ਰਿੜ ਕਰਾ ਰਹੇ ਹਨ। ਜਿਉਂ ਤੂੰ ਚਲਾਹੇ ਤਿਵੇਂ ਚੱਲਹਿ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਉ ਤੂੰ ਚਲਾਹੇ ਤਿਵੇਂ ਚੱਲਾਂ, ਜਿਨਾ ਮਾਰਗ ਪਾਵੇ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵੇ। ਜਿਸਨੂੰ ਕਥਾ ਸੁਣਾਏ ਆਪਣੀ, ਸੇ ਗੁਰਦੁਆਰੈ ਸੁਖ ਪਾਵਹਿ। ਕਹਿ ਨਾਨਕ ਸੱਚੇ ਸਾਹਿਬ, ਜਿਉ ਭਾਵੈ ਤਿਵੇਂ ਚਲਾਵਹਿ। ਇਸ ਸ੍ਰਿਸ਼ਟੀ ਨੂੰ ਉਹ ਅਕਾਲ ਪੁਰਖ ਆਪ ਚਲਾ ਰਿਹਾ ਹੈ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚੈ ਤਿਨ ਜਾਈਐ। ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ, ਜਿਨ ਖਿੰਚੈ ਤਿਨ ਜਾਈਐ। ਹਰ ਗੁਣ ਗਾਏ ਸਦਾ ਰੰਗ ਰਾਤੇ, ਬੋੜ ਨਾ ਪਛੋਤਾਈਐ। ਪ੍ਰਾਣੀ ਤੇਰੇ ਹਿੱਸੇ ਗੁਰੂ ਸਾਹਿਬ ਨੇ ਇੱਕੋ ਕੰਮ ਲਾਇਆ ਕਿ ਹਰੀ ਦੇ ਗੁਣ ਗਾਇਨ ਕਰਨ ਕਰ, ਫਿਰ ਤੈਨੂੰ ਪਛਤਾਣਾ ਨਹੀਂ ਪਏਗਾ। ਇਹ ਸਾਰੀ ਸ੍ਰਿਸ਼ਟੀ ਉਸ ਦੇ ਹੁਕਮ ਦੇ ਵਿੱਚ ਹੈ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ ਜਹਾਂ ਦਾਣੇ, ਤਾਂ ਖਾਣੇ ਨਾਨਕਾ ਸੱਚ ਹੈ। ਸੋ ਗੁਰੂ ਸਾਹਿਬ ਦ੍ਰਿੜ ਕਰਾ ਰਹੇ ਹਨ ਕਿ ਜਿਵ ਤੂੰ ਚਲਾਹੇ ਤਿਵੇਂ ਚੱਲਾਂ, ਜਿਨ੍ਹਾਂ ਮਾਰਗ ਪਾਵੇ। ਜਿਨ੍ਹਾਂ ਨੂੰ ਤੂੰ ਇਸ ਮਾਰਗ ਦੇ ਵਿੱਚ ਕਿਹੜੇ 'ਚ ਪ੍ਰਭੂ ਦੇ ਗੁਣ ਗਾਇਨ ਕਰਨ ਵਾਲੇ ਮਾਰਗ ਦੇ ਵਿੱਚ ਆਪ ਕਿਰਪਾ ਕਰਕੇ ਪਾ ਦੇਣਾ ਹੈ। ਸ਼ਬਦ ਦੀ ਵਿਚਾਰ ਆਪਣੀ ਉਸਤਤ ਵਾਲੀ ਰਾਹ 'ਤੇ ਪਾ ਦੇਣਾ ਹੈ ਅਤੇ ਕਿਰਪਾ ਕਰਕੇ ਬਾਣੀ ਰਾਹੀਂ ਆਪਣੀ ਸੋਝੀ ਬਖਸ਼ਦਾ ਹੈ। ਇਹ ਰਾਹ ਤੂੰ ਆਪ ਹੀ ਬਖਸ਼ਦਾ ਹੈ, ਜਿਸ ਨਾਲ ਪ੍ਰਾਣੀ ਨੂੰ ਨਾਮ ਦੀ ਪ੍ਰਾਪਤੀ ਹੁੰਦੀ ਹੈ। ਐਸੇ ਪ੍ਰਾਣੀ ਆਪ ਜੀ ਦੇ ਨਾਮ ਦੇ ਧਾਰਨੀ ਹੋ ਕਰਕੇ ਹਰ ਵੇਲੇ ਹਰੀ ਦੇ ਧਿਆਨ ਦੇ ਵਿੱਚ ਹੀ ਜੁੜੇ ਰਹਿੰਦੇ ਹਨ। ਹਰ ਹਰ ਸਦਾ ਤੇ ਆਵੇ। ਐਸੇ ਲੋਕ ਹਮੇਸ਼ਾ ਆਪ ਜੀ ਦੇ ਨਾਲ ਜੁੜੇ ਹੀ ਰਹਿੰਦੇ ਹਨ। ਕਰ ਕਿਰਪਾ ਜਿਨ ਨਾਮ ਲਾਏ, ਸੇ ਹਰ ਹਰ ਸਦਾ ਤੇ ਆਵੇ। ਵੈਸੇ ਇੱਕ ਗੱਲ ਆਪਾਂ ਧਿਆਨ ਦਈਏ ਕਿ ਹਰ ਹਰ ਕਿਵੇਂ ਹੋ ਸਕਦਾ ਹੈ ਜਾਂ ਹਰੀ ਹਰੀ ਕਿਵੇਂ ਹੋ ਸਕਦਾ ਹੈ। ਜੇ ਨਾਮ ਦੇ ਨਾਲ ਲੱਗਾਂਗੇ ਤਾਂ ਹੀ ਹਰੀ ਹਰੀ ਹੋਇਆ ਜਾਏਗਾ। ਨਾਮ ਦੇ ਨਾਲ ਕਿਵੇਂ ਲੱਗਾਂਗੇ ਜਾਂ ਨਾਮ ਦੇ ਨਾਲ ਕਿਵੇਂ ਲੱਗਿਆ ਜਾ ਸਕਦਾ ਹੈ। ਜੇ ਪ੍ਰਭੂ ਦੇ ਹੁਕਮ ਦੀ ਸਮਝ ਆ ਜਾਵੇ, ਫਿਰ ਹੀ ਨਾਮ ਨਾਲ ਲੱਗਿਆ ਜਾ ਸਕਦਾ ਹੈ। ਅਤੇ ਪ੍ਰਭੂ ਦੇ ਹੁਕਮ ਦੀ ਸਮਝ ਕਿਵੇਂ ਆਏਗੀ? ਪ੍ਰਭੂ ਦੇ ਹੁਕਮ ਦੀ ਸਮਝ ਗੁਰੂ ਕੋਲੋਂ ਆਏਗੀ। ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਵ ਗੁਰਬਾਣੀ ਦਾ ਪਾਠ ਕਰਨ ਨਾਲ ਹੀ ਇਹ ਸਮਝ ਆ ਸਕਦੀ ਹੈ। ਗੁਰਬਾਣੀ ਰਾਹੀਂ ਇਹ ਸਮਝ ਆਉਂਦੀ ਹੈ ਅਤੇ ਹਰੀ ਹਰੀ ਹੋ ਸਕਦੀ ਹੈ। ਔਰ ਇਹ ਗੱਲ ਸਾਨੂੰ ਸਮਝ ਆ ਜਾਂਦੀ ਹੈ ਕਿ ਸਭ ਗੋਬਿੰਦ ਹੈ, ਸਭ ਗੋਬਿੰਦ ਹੈ। ਗੋਬਿੰਦ ਬਿਨ ਨਹੀਂ ਕੋਈ, ਸੂਤ ਏਕ ਮਨ ਸਤ सहस, ਜੈਸੇ ਓਤ ਪੋਤ ਪ੍ਰਭ ਸੋਈ। ਜਿਸ ਤਰ੍ਹਾਂ ਇੱਕ ਧਾਗੇ ਵਿੱਚ ਮਣਕੇ ਪਰੋਏ ਹੁੰਦੇ ਹਨ ਔਰ ਇੱਕ ਦੂਜੇ ਵਿੱਚ ਓਤ ਪ੍ਰੋਤ ਹੋਏ ਹਨ, ਇਸ ਤਰ੍ਹਾਂ ਹੀ ਉਸ ਅਕਾਲ ਪੁਰਖ ਨਾਲ ਇੱਕ ਹੋਏ ਪਿਆ ਹਰ ਪਾਸੇ ਗੋਬਿੰਦ ਹੀ ਗੋਬਿੰਦ ਹੈ। ਗੁਰਬਾਣੀ ਰਾਹੀਂ ਹੀ ਇਹ ਪ੍ਰਭੂ ਦੀ ਬੇਅੰਤਤਾ ਦਾ ਪਤਾ ਲੱਗਦਾ ਹੈ ਅਤੇ ਇਹ ਸਮਝ ਬਣਦੀ ਹੈ ਕਿ ਹਰ ਪਾਸੇ ਉਸੇ ਹਰੀ ਦਾ ਹੀ ਪਸਾਰਾ ਹੈ। ਇਹ ਸਮਝ ਵਿੱਚ ਸਹਿਜ ਭਾਵ ਵਿੱਚ ਆਪ ਮੁਹਾਰੇ ਹਰੀ ਹਰੀ ਹੀ ਨਿਕਲਦਾ ਹੈ। ਪਰ ਇੱਕ ਗੱਲ ਇਹ ਖਿਆਲ ਰੱਖਿਆ, ਜੇ ਮੈਂ ਸ਼ੁਰੂ ਤੋਂ ਕਿਹਾ ਕਿ ਇਹ ਸ਼ੁਕਰਾਨੇ ਵਜੋਂ ਗੁਰੂ ਸਾਹਿਬ ਨੂੰ ਦੱਸ ਰਹੇ ਹਨ, ਕਿਧਰੇ ਮਨ 'ਚ ਇਹ ਨਾ ਲੈ ਲਿਓ ਕਿ ਪ੍ਰਭੂ ਇਸ ਲਾਈਨ 'ਤੇ ਲਾਏਗਾ ਤਾਂ ਹੀ ਲੱਗਾਂਗੇ। ਜਿਉਂ ਤੂੰ ਚਲਾਏ ਤਿਵੇਂ ਚੱਲਾਂ ਸੁਆਮੀ। ਪਰ ਇਸ ਬੰਦ ਨੂੰ ਦਾ ਪਾਠ ਕਰਨ ਤੋਂ ਪਹਿਲਾਂ ਗੁਰੂ ਸਾਹਿਬ ਸਾਨੂੰ ਜੋ ਇਸ ਤੋਂ ਪਹਿਲਾਂ 14 ਬੰਦਾਂ ਦੇ ਵਿੱਚ ਸੰਦੇਸ਼ ਦੇ ਕਰਕੇ ਆਏ ਹਨ, ਉਸ ਦੀ ਘਾੜਤ ਸਾਡੇ ਅੰਦਰ ਘੜੀ ਗਈ ਹੈ, ਤਾਂ ਹੀ ਇਹ ਅਵਸਥਾ ਬਣੀ ਹੈ। ਸ਼ੁਰੂ ਤੋਂ ਆਪਾਂ ਕੀ ਕੀਤਾ? ਇਹ ਮਨ ਪਿਆਰਿਆ ਤੂੰ ਸਦਾ ਰਹੋ ਹਰ ਨਾਲੇ। ਮਨ ਨੂੰ ਪ੍ਰੇਰਨਾ ਕੀਤੀ ਹੈ ਕਿ ਮਨ ਤੂੰ ਪਰਮਾਤਮਾ ਦੇ ਨਾਮ ਨਾਲ ਰਹਿਣਾ ਕਰ। ਸਾਚੇ ਫਿਰ ਅਰਦਾਸ ਕੀਤੀ, ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ,
ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ। ਫਿਰ ਆਪਾਂ ਕੀ ਅਰਦਾਸ ਕੀਤੀ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ। ਇਹ ਸਰੀਰ ਦੇ ਅੰਦਰ ਪਹਿਲਾਂ ਬਣਤਰ ਗੁਰੂ ਸਾਹਿਬ ਨੇ ਇਸ ਬਾਣੀ ਰਾਹੀਂ ਬਣਾਈ ਹੈ। ਔਰ ਸਾਨੂੰ ਇਹ ਗੱਲ ਕੀ ਕਹੀ ਹੈ, ਸਾਚੀ ਦੇਹ ਬਿਨ ਸਾਚੀ ਲਿਵ ਬਿਨ ਦੇਹ ਨਿਵਾਣੀ, ਦੇਹ ਨਿਵਾਣੀ ਲਿਵੈ ਬਾਜੂ, ਕਿਆ ਕਰੇ ਵਿਚਾਰੀਆ। ਭਾਵ ਸੱਚੀ ਲਿਵ ਉਸ ਅਕਾਲ ਪੁਰਖ ਨਾਲ ਲਾਣੀ ਕਰ, ਨਹੀਂ ਤਾਂ ਆਨੰਦ ਆਨੰਦ ਸਭ ਕੋ ਕਹਿ ਆਨੰਦ ਗੁਰੂ ਤੇ ਜਾਣਿਆ। ਇਹ ਆਨੰਦ ਦੀ ਸਮਝ ਤਾਂ ਗੁਰੂ ਤੋਂ ਆਣੀ ਹੈ। ਗੁਰੂ ਦੇ ਨਾਲ ਲੱਗਣ ਦੀ ਗੁਰੂ ਸਾਹਿਬ ਸਾਨੂੰ ਪ੍ਰੇਰਣਾ ਕਰਦੇ ਹਨ। ਆਵੋ ਸੰਤ ਪਿਆਰਿਓ ਕਤ ਕੀ ਕਰੇ ਕਹਾਣੀ, ਕਰੇ ਕਹਾਣੀ ਕਤ ਕੇਰੀ ਕਿਤ ਦੁਆਰਾ ਪਾਈਏ। ਇਹ ਅਵਸਥਾ ਇਸ ਤੋਂ ਗੁਜ਼ਰਨ ਤੋਂ ਬਾਅਦ ਫਿਰ ਇਸ ਬੰਦ ਦਾ ਪਾਠ ਆਪਾਂ ਕਰਾਂਗੇ, ਸਮਝ ਆਏਗੀ ਕਿ ਇਹ ਸਾਰਾ ਕੁਝ ਅਸੀਂ ਕਰ ਲਿਆ। ਹੁਣ ਅਸੀਂ ਗੁਰੂ ਦਾ ਸ਼ੁਕਰਾਨਾ ਕਰ ਰਹੇ ਹਾਂ ਕਿ ਹੇ ਪਰਮਾਤਮਾ, ਜਿਵੇਂ ਤੂੰ ਚਲਾ ਰਿਹਾ ਉਵੇਂ ਹੀ ਇਹ ਸ੍ਰਿਸ਼ਟੀ ਚੱਲ ਰਹੀ ਹੈ। ਇਸ ਤੋਂ ਕਿਧਰੇ ਬਚਾਓ ਨਾ ਲੈ ਲੈਣਾ ਵੀ ਸਾਨੂੰ ਤਾਂ ਗੁਰੂ ਨੇ ਲੜ ਲਾਇਆ ਨਹੀਂ, ਅਸੀਂ ਲੱਗਦੇ ਨਹੀਂ। ਸੋ ਇਹ ਗੱਲ ਗੁਰੂ ਸਾਹਿਬ ਜਿਹੜੇ ਕਰਾ ਰਹੇ ਹਨ ਕਿ ਆਨੰਦ ਸਾਹਿਬ ਦੇ ਪਹਿਲੇ 14 ਬੰਦਾਂ ਦੇ ਵਿੱਚ ਸਾਨੂੰ ਜੋ ਅਸੀਂ ਕਰਨਾ ਹੈ, ਜੋ ਸਾਡੇ ਕੋਲੋਂ ਗੁਰੂ ਸਾਹਿਬ ਆਸ ਕਰਦੇ ਹਨ, ਉਹ ਸਾਨੂੰ ਗੁਰੂ ਸਾਹਿਬ ਨੇ ਸਮਝਾਇਆ। ਔਰ ਫਿਰ ਜਦੋਂ ਇਹ ਪ੍ਰਾਪਤੀ ਹੋਈ, ਸ਼ੁਕਰਾਨੇ ਵਜੋਂ ਨਿਕਲਣਾ, ਨਹੀਂ ਮੈਂ ਕੁਛ ਨਹੀਂ ਕੀਤਾ, ਕਰਨ ਵਾਲਾ ਤੂੰ ਹੀ ਹੈ। ਸੋ ਇਹ ਜਿਹੜੀ ਸਿੱਖਿਆ ਹੈ ਗੁਰੂ ਸਾਹਿਬ ਸਾਨੂੰ ਦ੍ਰਿੜ ਕਰਾ ਰਹੇ ਹਨ। ਅਗਲੇ ਇਸੇ ਹੀ ਬੰਦ ਵਿੱਚ, ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰਾ ਸੁਖ ਪਾਵੇ, ਸਾਨੂੰ ਤਰੀਕਾ ਸਿਖਾ ਰਹੇ ਗੁਰੂ ਸਾਹਿਬ। ਕਹਿਣ ਲੱਗੇ ਇਹ ਕਥਾ ਕਿਵੇਂ ਸਮਝ ਆਏਗੀ ਤੈਨੂੰ। ਇਹ ਕਥਾ ਸਮਝ ਆਉਣ ਦਾ ਇੱਕੋ ਇੱਕ ਤਰੀਕਾ ਹੈ ਕਿ ਪ੍ਰਭੂ ਪਿਆਰਿਆਂ ਦੀ ਸੰਗਤ ਕਰ, ਗੁਰਬਾਣੀ ਰਾਹੀਂ ਆਪਣੀ ਸਮਝ ਨੂੰ ਮਜ਼ਬੂਤ ਕਰ। ਕਥਾ, ਜਿਸ ਨੂੰ ਕਥਾ ਸੁਣਾਏ ਆਪਣੀ, ਕਥਾ ਪ੍ਰਸੰਗ ਹਮੇਸ਼ਾ ਸੰਗਤ ਵਿੱਚ ਹੀ ਹੋਇਆ ਕਰਦੇ ਹਨ। ਸੋ ਗੁਰੂ ਸਾਹਿਬ ਸੰਗਤ ਕਰਨ ਦੀ ਪ੍ਰੇਰਨਾ ਕਰਦੇ ਹਨ ਕਿ ਉਹ ਲੋਕ ਤੇਰੇ ਦਰ ਤੋਂ ਭਾਵ ਆਪ ਦੀ ਸਿੱਖਿਆ ਦੇ ਅਨੁਸਾਰੀ ਹੋ ਕਰਕੇ ਆਨੰਦ ਦੀ ਪ੍ਰਾਪਤੀ ਕਰਦੇ ਹਨ। ਗੁਰਦੁਆਰਾ ਸੁਖ ਪਾਵੇ, ਤੇਰੇ ਦਰ 'ਤੇ ਆ ਕਰਕੇ ਸੁਖ ਦੀ ਪ੍ਰਾਪਤੀ ਕਰਦੇ ਹਨ। ਤੇਰਾ ਦਰ ਕੀ ਹੈ? ਤੇਰੇ ਸੇਵਕਾਂ ਦੀ, ਤੇਰੇ ਪਿਆਰਿਆਂ ਦੀ ਸੰਗਤ ਕਰਨੀ ਹੀ ਆਪ ਜੀ ਦਾ ਦਰ ਹੈ। ਇਹ ਅਕਾਲ ਪੁਰਖ ਗੁਰਸਿੱਖਾਂ ਭਗਤਾਂ ਵਾਲੀ ਚਾਲ ਤੇਰੀ ਹੀ ਬਖਸ਼ਿਸ਼ ਹੈ। ਤੂੰ ਸਰਬ ਕਲਾ ਸਮਰੱਥ ਹੈ, ਤੇਰੇ ਗੁਣਾਂ ਦਾ ਵਿਸਤਾਰ ਮੈਂ ਨਹੀਂ ਜਾਣ ਸਕਦਾ। ਮੈਂ ਤਾਂ ਇਹ ਸਮਝ ਸਕਿਆ ਕਿ ਜਿਸ ਢੰਗ ਨਾਲ ਤੂੰ ਚਲਾ ਰਿਹਾ, ਉਸੇ ਢੰਗ ਨਾਲ ਹੀ ਮੈਂ ਚੱਲ ਰਿਹਾ। ਜਿਉਂ ਤੂੰ ਚਲਾਏ ਤਿਵੇਂ ਚੱਲਣਾ ਹੈ ਸੁਆਮੀ। ਮੈਨੂੰ ਤਾਂ ਇਹ ਗੱਲ ਸਮਝ ਆਈ ਹੈ ਕਿ ਹਰ ਪਾਸੇ ਤੇਰਾ ਹੀ ਪਸਾਰਾ ਹੈ, ਇਸ ਰਾਹ 'ਤੇ ਵੀ ਤੂੰ ਚਲਾਉਣਾ ਹੈ ਔਰ ਤੇਰੀ ਸਮਝ ਵੀ ਤੂੰ ਆਪ ਹੀ ਬਖਸ਼ਦਾ ਹੈ। ਔਰ ਇਹ ਆਪਣਾ ਪ੍ਰੇਮ ਬਖਸ਼ ਕੇ ਨਾਮ ਦੀ ਦਾਤ ਵੀ ਗੁਰੂ ਆਪ ਹੀ ਬਖਸ਼ਦਾ ਹੈ। ਇਹ ਅਕਾਲ ਪੁਰਖ ਜਿਸ ਤਰ੍ਹਾਂ ਆਪ ਜੀ ਨੂੰ ਚੰਗਾ ਲੱਗਦਾ ਹੈ, ਉਸੇ ਤਰ੍ਹਾਂ ਦੀ ਜੀਵਨ ਜਾਚ ਤੁਸੀਂ ਬਖਸ਼ ਰਹੇ ਹੋ। ਜਿਉਂ ਤੂੰ ਚਲਾਏ ਤਿਵੇਂ ਚੱਲਾ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਉਂ ਤੂੰ ਚਲਾਏ ਤਿਵੇਂ ਚੱਲਾਂ, ਜਿਨ੍ਹਾਂ ਮਾਰਗ ਪਾਵੇ। ਸੋ ਕਹਿ ਨਾਨਕ ਸੱਚੇ ਸਾਹਿਬ, ਜੋ ਭਾਵੈ ਤਿਵੇਂ ਚਲਾਵੇ। ਇਹ ਅਰਦਾਸ ਹੈ ਗੁਰੂ ਅੱਗੇ ਕਿ ਗੁਰੂ ਜੋ ਸਾਨੂੰ ਤੁਸੀਂ ਤਰੀਕਾ ਦੱਸਿਆ, ਮੈਂ ਉਹਨਾਂ ਤਰੀਕਾਂ ਨੂੰ, ਉਹਨੇ ਸਾਰੇ ਢੰਗਾਂ ਨੂੰ ਪ੍ਰਾਪਤ ਕੀਤਾ। ਉਹ ਸਾਰੇ ਰਾਹ 'ਤੇ ਚੱਲ ਕੇ, ਸਾਰੀਆਂ ਪੌੜੀਆਂ 'ਤੇ ਚੱਲ ਕੇ ਇੱਥੇ ਆ ਕਰਕੇ 15ਵੀਂ ਪੌੜੀ 'ਤੇ ਮੈਂ ਸ਼ੁਕਰਾਨੇ ਵਿੱਚ ਆਇਆ ਕਿ ਵਾਕਈ ਮੈਂ ਕੁਛ ਪ੍ਰਾਪਤੀ ਕੀਤੀ। ਔਰ ਮੈਨੂੰ ਇਹ ਸਮਝ ਆ ਗਈ ਕਿ ਇਹ ਪਰਮਾਤਮਾ ਇੱਥੇ ਤੱਕ ਵੀ ਤੂੰ ਆਪ ਹੀ ਲੈ ਕਰਕੇ ਆਇਆ ਔਰ ਅਗਲੇ ਸਫ਼ਰ ਅਧਿਆਤਮ ਦੇ ਤੁਸੀਂ ਆਪ ਹੀ ਤੈਅ ਕਰਵਾ ਲੈਣੇ ਹਨ। ਕਿ ਮਾਦਾ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।